सतगुरु की साजी ਅਤੇ ਨਿਵਾਜੀ ਸਾਧ ਸੰਗਤ ਜੀ ਆਪਣੀ ਮਨ ਬਿਰਤੀ ਇਕਾਗਰ ਕਰਨ ਲਈ ਰਸਨਾ ਪਿੱਤਰ ਕਰਨ ਲਈ ਸਾਰੇ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ। ਫਿਰ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਮੈਂ ਕੁਝ ਅਰਜ਼ਾਂ ਆਪ ਜੀ ਦੇ ਸਾਹਮਣੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਕਰਨੀਆਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੰਡੀ ਦੀ ਵਾਰ ਦੇ ਵਿੱਚ ਫਰਮਾਉਂਦੇ ਹਨ, ਤੇਗ ਬਹਾਦਰ ਸਿਮਰਿਐ ਘਰ ਨੌ ਨਿਦਾਵੇ ਤਾਏ। ਭਾਵ ਕਿ ਜੋ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰੇਗਾ ਉਸ ਨੂੰ ਨੌ ਨਿਦਾ ਭਾਵ ਸਾਰੇ ਸੰਸਾਰਿਕ ਸੁਖ ਪ੍ਰਾਪਤ ਹੋਣਗੇ। ਸ੍ਰੀ ਗੁਰੂ ਹਰਗੋਬਿੰਦ ਜੀ ਨੇ ਇਹ ਬਚਨ ਕੀਤਾ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਲਕ ਸਰੂਪ ਦੇ ਵਿੱਚ ਸਨ ਕਿ ਇਹ ਬਾਲਕ ਗੰਭੀਰਤਾ ਦਾ ਮਾਲਿਕ, ਤੇਗ ਦਾ ਧਨੀ ਤੇ ਧਰਮ ਦਾ ਰੱਖਿਅਕ ਹੋਵੇਗਾ। ਅੱਜ ਅਸੀਂ ਸ੍ਰੀ ਸਤਿਗੁਰੂ ਜੀ ਦਾ ਧਰਮ ਦਾ ਰੱਖਿਅਕ ਉਹ ਪੱਖ ਦੇਖਾਂਗੇ। ਅਸੀਂ ਉਸ ਵੇਲੇ ਵੱਲ ਨਿਗਾਹ ਮਾਰੀਏ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਸੀ ਅਤੇ ਔਰੰਗਜ਼ੇਬ ਦਾ ਹਿੰਦੁਸਤਾਨ ਤੇ ਰਾਜ ਸੀ। ਔਰੰਗਜ਼ੇਬ ਮਜ਼ਲੂਮਾਂ ਤੇ ਜ਼ੁਲਮ ਕਰਦਾ ਸੀ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਉਸਨੇ ਇਹ ਖੂਨੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਕਿ ਕਲਮਾ ਜਾਂ ਕਤਲ ਭਾਵ ਜਾਂ ਈਨ ਨੂੰ ਕਬੂਲ ਕਰੋ ਭਾਵ ਮੁਸਲਮਾਨ ਬਣਨਾ ਕਬੂਲ ਕਰੋ ਤੇ ਜਾਂ ਕਤਲ ਹੋਣਾ ਕਬੂਲ ਕਰੋ। ਭਾਵ ਕਿ ਜਿਹੜਾ ਵੀ ਉਸ ਦੀ ਗੱਲ ਨਹੀਂ ਸੀ ਮੰਨਦਾ ਉਸ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਜਾਂਦਾ ਸੀ। ਔਰੰਗਜ਼ੇਬ ਦਾ ਜਨਮ ਇਸੇ ਵਾਸਤੇ ਹੀ ਹੋਇਆ ਸੀ ਕਿ ਮੈਂ ਸਾਰਿਆਂ ਨੂੰ ਮਲੇਸ਼ ਹੀ ਕਰ ਦੇਣਾ ਹੈ, ਕਿ ਜਾਣੀ ਕਿ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਹੈ। ਇਸ ਦਾ ਇਤਿਹਾਸ ਫਿਰ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ। ਸੋ ਇਸ ਦੌਰਾਨ ਇਸ ਦੀ ਨਿਗਾਹ ਕਸ਼ਮੀਰ ਦੇ ਪੰਡਤਾਂ ਤੇ ਪਈ। ਉਸ ਸਮੇਂ ਕਸ਼ਮੀਰ ਦੇ ਵਿੱਚ ਬਹੁਤ ਹੀ ਸ੍ਰੇਸ਼ਟ ਤੇ ਉੱਚ ਕੋਟੀ ਦੇ ਪੰਡਤ ਰਹਿੰਦੇ ਸਨ। ਉਸਨੇ ਵਿਚਾਰਿਆ ਕਿ ਜੇ ਮੈਂ ਇਹਨਾਂ ਨੂੰ ਮੁਸਲਮਾਨ ਬਣਾ ਲਵਾਂ ਤਾਂ ਇਹਨਾਂ ਨਾਲ ਬਾਕੀ ਦੇ ਹਿੰਦੂ ਵੀ ਮੁਸਲਮਾਨ ਬਣ ਜਾਣਗੇ। ਸੋ ਉੱਥੇ ਦਾ ਹਾਕਮ ਸ਼ੇਰ ਅਫਗਾਨ ਨੂੰ ਇਹ ਕੰਮ ਉਸਨੇ ਸੌਂਪਿਆ ਤੇ ਉੱਥੇ ਦੇ ਪੰਡਤਾਂ ਦੇ ਵਿੱਚ ਅਫੜਾ ਦਫੜੀ ਮਚ ਗਈ ਤੇ ਸਾਰੇ ਪੰਡਤਾਂ ਨੇ ਸਲਾਹ ਕੀਤੀ ਕਿ ਕਿਸ ਤਰ੍ਹਾਂ ਇਹਨਾਂ ਪਾਸੋਂ ਅਸੀਂ ਮੋਹਲਤ ਮੰਗੀਏ, ਜਾਣੀ ਕਿ ਸਮਾਂ ਮੰਗੀਏ, ਫਿਰ ਅਸੀਂ ਵਿਚਾਰ ਸਕਦੇ ਹਾਂ ਕਿ ਅਸੀਂ ਇਸ ਕਹਿਰ ਤੋਂ ਕਿਸ ਤਰ੍ਹਾਂ ਬਚਣਾ ਹੈ। ਤੇ ਉਹਨਾਂ ਨੇ ਹਾਕਮ ਨਾਲ ਇਕੱਠੇ ਹੋ ਕੇ 6 ਮਹੀਨੇ ਦੀ ਮੰਗ ਕੀਤੀ ਤੇ ਹਾਕਮ ਨੇ ਉਹਨਾਂ ਦੀ ਗੱਲ ਮੰਨ ਲਈ ਤੇ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਅਮਰਨਾਥ ਦੀ ਗੁਫਾ ਤੇ ਜਾ ਕੇ ਅੰਨ ਪਾਣੀ ਛੱਡ ਕੇ ਆਪਣੇ ਇਸ਼ਟ ਦੇਵ ਮਹਾਦੇਵ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ। ਅਰਦਾਸਾਂ ਕਰਦੇ ਹਨ ਕਿ ਸਾਡੀ ਰੱਖਿਆ ਕਰੋ, ਸਾਡੇ ਧਰਮ ਦੀ ਰੱਖਿਆ ਕਰੋ। ਤੇ ਉਹਨਾਂ ਦੀ ਜਿਹੜੀ ਆਰਾਧਨਾ ਸੀ ਉਹ ਕਬੂਲ ਹੋਈ ਤੇ ਇੱਕ ਪੱਤਰਿਕਾ ਉਤਰੀ ਜਿਸ ਦੇ ਉੱਤੇ ਹੀ ਲਿਖਿਆ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਵਿੱਚ ਮਹਾਨ ਗੁਰੂ ਹੋਏ ਹਨ, ਕਲਯੁਗ ਵਿੱਚ ਭਲੀ ਪ੍ਰਕਾਰ ਹਰ ਤਰ੍ਹਾਂ ਸਮਰੱਥ ਹਨ। ਉਹਨਾਂ ਦੀ ਗੱਦੀ ਉੱਤੇ ਹੁਣ ਜਿਹੜੇ ਗੁਰੂ ਜੀ ਬੈਠੇ ਹਨ ਉਹੀ ਤੁਹਾਡਾ ਕਾਰਜ ਪੂਰਾ ਕਰਨਗੇ, ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਦੇ ਵਿੱਚ ਅੰਕਿਤ ਹੈ। ਇਹ ਪੱਤਰਿਕਾ ਲੈ ਤੁਮ ਜਾਵੋ ਬ੍ਰਿਥਾ ਆਪਣੀ ਸਕਲ ਸੁਨਾਵੋ, ਸੋ ਰਾਖेंगे ਧਰਮ ਤੁਹਾਰਾ ਤਿਨ ਬਿਨ ਆਨ ਤੈ ਹਵੈ ਨਾ ਉਬਾਰਾ। ਭਾਵ ਕਿ ਤੁਸੀਂ ਇਹ ਪੱਤਰਿਕਾ ਉਹਨਾਂ ਪਾਸ ਲੈ ਕੇ ਜਾਓ ਜੋ ਵੀ ਇਸ ਵੇਲੇ ਗੁਰੂ ਨਾਨਕ ਦੀ ਗੱਦੀ ਤੇ ਸੁਸ਼ੋਭਿਤ ਹਨ। ਉਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ, ਉਹਨਾਂ ਤੋਂ ਬਗੈਰ ਤੁਹਾਡੀ ਹੋਰ ਕੋਈ ਨਹੀਂ ਰੱਖਿਆ ਕਰ ਸਕਦਾ। ਤੋ ਸਾਰੇ ਪੰਡਿਤ ਰਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਸ ਆਏ ਤੇ ਬੇਨਤੀ ਕੀਤੀ ਕਿ ਸਾਡੀ ਅਤੇ ਸਾਡੇ ਧਰਮ ਦੀ ਰੱਖਿਆ ਕਰੋ। ਰਾਖੋ ਅਬ ਹਿੰਦੁਨ ਕੀ ਟੇਕ, ਨਾ ਹਿਤ ਜਗ ਮਹਿ ਰਹੇ ਨਾ ਏਕ, ਧਰਮ ਪ੍ਰਿਸ਼ਟ ਜਬ ਸਗਰੇ ਹੋਏ, ਪੂਜਾ ਹੈ ਸੁਰ ਆਦਿਕ ਨਹਿ ਕੋਏ। ਉਹਨਾਂ ਪਾਸੇ ਅਰਦਾਸ ਕੀਤੀ ਕਿ ਜਿਹੜੇ ਸਾਰੇ ਹਿੰਦੂ ਹਨ ਇਸ ਵੇਲੇ ਸਾਰੇ ਦੇਸ਼ ਦੇ, ਉਹਨਾਂ ਦੀ ਟੇਕ ਤੁਸੀਂ ਹੋ, ਤੁਸੀਂ ਸਾਡੀ ਸਹਾਇਤਾ ਕਰਨੀ ਹੈ, ਤੁਸੀਂ ਸਾਡੇ ਧਰਮ ਦੀ ਰੱਖਿਆ ਕਰਨੀ ਹੈ। ਨਹੀਂ ਤੇ ਜੇ ਤੁਸੀਂ ਰੱਖਿਆ ਨਹੀਂ ਕਰੋਗੇ ਤਾਂ ਸਾਰਿਆਂ ਦਾ ਧਰਮ ਜਿਹੜਾ ਹੈ ਉਹ ਮਲੀਨ ਹੋ ਜਾਏਗਾ, ਖਤਮ ਹੋ ਜਾਏਗਾ। ਫਿਰ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਆਪ ਹੀ ਫਰਮਾਉਂਦੇ ਹਨ
ਕਿ ਜੋ ਸਰਣ ਆਵੇ ਤਿਸ ਕੰਠ ਲਾਵੇ। ਇਹ ਸਤਿਗੁਰ ਦੀ ਮਹਿਮਾ ਹੈ ਕਿ ਜੋ ਵੀ ਉਸ ਦੀ ਸਰਣ ਦੇ ਵਿੱਚ ਆਉਂਦਾ ਹੈ ਉਸ ਨੂੰ ਕਦੀ ਵੀ ਉਹ ਖਾਲੀ ਨਹੀਂ ਵਾਪਸ ਮੋੜਦਾ। ਸੋ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਪੰਡਤਾਂ ਦੀ ਪੁਕਾਰ ਸੁਣੀ ਤੇ ਫਰਮਾਇਆ ਕਿ ਜਾਓ ਦਿੱਲੀ ਜਾ ਕੇ ਬਾਦਸ਼ਾਹ ਨੂੰ ਕਹਿ ਦੇਵੋ ਕਿ ਤੁਹਾਡਾ ਆਗੂ ਗੁਰੂ ਤੇਗ ਬਹਾਦਰ ਹੈ। ਜੇ ਤੁਸੀਂ ਸਾਡੇ ਆਗੂ ਨੂੰ ਮੁਸਲਮਾਨ ਬਣਾ ਲਵੋਗੇ ਤਾਂ ਅਸੀਂ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ ਤੇ ਇਹ ਜਿਹੜਾ ਖੂਨ ਖਰਾਬਾ ਹੈ ਇਸ ਨੂੰ ਬੰਦ ਕਰੋ। ਸੋ ਪੰਡਤਾਂ ਨੇ ਦਿੱਲੀ ਜਾ ਕੇ ਔਰੰਗਜ਼ੇਬ ਨੂੰ ਆਖਿਆ ਜੋ ਸ੍ਰੀ ਸਤਿਗੁਰੂ ਜੀ ਨੇ ਫਰਮਾਇਆ ਸੀ। ਬਾਦਸ਼ਾਹ ਨੂੰ ਵੀ ਇਹ ਗੱਲ ਠੀਕ ਲੱਗੀ ਕਿ ਜੇ ਇੱਕ ਆਗੂ ਨੂੰ ਮੁਸਲਮਾਨ ਬਣਾ ਲਵਾਂ ਤੇ ਸਾਰੇ ਦੇ ਸਾਰੇ ਆਪ ਹੀ ਮੁਸਲਮਾਨ ਬਣ ਜਾਣਗੇ। ਸੋ ਬਾਦਸ਼ਾਹ ਨੇ ਸਤਿਗੁਰੂ ਜੀ ਨੂੰ ਸੱਦਾ ਭੇਜਿਆ ਕਿ ਉਹ ਦਿੱਲੀ ਆ ਕੇ ਮੈਨੂੰ ਦਰਸ਼ਨ ਦੇਣ। ਇੱਥੇ ਇੱਕ ਗੱਲ ਮੈਂ ਜ਼ਰੂਰ ਹੀ ਸਪਸ਼ਟ ਕਰਨਾ ਚਾਹਾਂਗਾ ਕਿ ਕਈ ਸਾਡੇ ਪ੍ਰਚਾਰਕ ਤੇ ਕਈ ਅੱਜ ਕੱਲ ਦੇ ਜੋ ਇਤਿਹਾਸਕਾਰ ਹਨ ਉਹ ਇਸ ਤਰ੍ਹਾਂ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਲੀਦਾਨ ਕਰਨ ਦੀ ਸਲਾਹ ਦਿੱਤੀ ਸੀ। ਸੂਰਜ ਪ੍ਰਕਾਸ਼ ਅਤੇ ਪੁਰਾਤਨ ਜੋ ਇਤਿਹਾਸਕ ਗ੍ਰੰਥ ਹਨ ਉਹ ਇਸ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਨਹੀਂ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਜ਼ਾ ਨਾਲ ਹੀ ਇਹ ਸਾਰਾ ਕੰਮ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੇ ਜਾਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਪਹੁੰਚੇ ਸਨ। ਉਹਨਾਂ ਦਾ ਮੇਲ ਹੀ ਨਹੀਂ ਹੋਇਆ ਆਨੰਦਪੁਰ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਬਚਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਵਰਤਾਂਤ ਆਉਂਦਾ ਹੈ। ਸੂਰਜ ਪ੍ਰਕਾਸ਼ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਉਂਦਾ ਹੈ ਕਿ ਜਿਸ ਵੇਲੇ ਸ੍ਰੀ ਸਤਿਗੁਰੂ ਜੀ ਪਟਨੇ ਸਾਹਿਬ ਤੋਂ ਤੁਰੇ ਹਨ ਤੇ ਮਾਤਾ ਗੁਜਰੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਦੇਖਿਆ ਜਾਂ ਮਾਤਾ ਗੁਜਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੇਖਿਆ ਉਹ ਇਸ ਤਰ੍ਹਾਂ ਸੀ ਕਿ ਜਿਸ ਤਰ੍ਹਾਂ ਅੰਤਿਮ ਮੁਲਾਕਾਤ ਸੀ। ਸੋ ਗੁਰੂ ਤੇਗ ਬਹਾਦਰ ਜੀ ਬਾਦਸ਼ਾਹ ਦੇ ਦੂਤ ਨੂੰ ਜਾਣੀ ਕਿ ਬਾਦਸ਼ਾਹ ਦੇ ਮੈਸੇਂਜਰ ਨੂੰ ਜਵਾਬ ਦਿੱਤਾ ਕਿ ਅਸੀਂ ਆਪ ਹੀ ਆ ਕੇ ਦਰਸ਼ਨ ਦੇਵਾਂਗੇ। ਸੋ ਸ੍ਰੀ ਸਤਿਗੁਰੂ ਜੀ ਕੁਝ ਸਿੱਖਾਂ ਨੂੰ ਲੈ ਕੇ ਆਨੰਦਪੁਰ ਤੋਂ ਤੁਰ ਪਏ। ਕਾਫੀ ਸਮਾਂ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਦਰਸ਼ਨ ਦਿੰਦੇ ਤੇ ਇਸ ਤਰ੍ਹਾਂ ਹੀ ਦਿੱਲੀ ਵੱਲ ਨੂੰ ਹੌਲੀ ਹੌਲੀ ਜਾ ਰਹੇ ਹਨ ਤੇ ਉਧਰੋਂ ਜਿਹੜਾ ਬਾਦਸ਼ਾਹ ਹੈ ਉਸ ਨੂੰ ਫਿਕਰ ਪੈ ਗਿਆ ਕਿ ਇੰਨਾ ਸਮਾਂ ਲੰਘ ਗਿਆ ਤੇ ਸਤਿਗੁਰੂ ਜੀ ਆਏ ਕਿਉਂ ਨਹੀਂ। ਤਾਂ ਉਸਨੇ ਆਪਣੇ ਬੰਦੇ ਪੰਜਾਬ ਨੂੰ ਫਿਰ ਨਠਾਏ ਕਿ ਜਾ ਕੇ ਦੇਖੋ ਕਿ ਕੀ ਗੱਲ ਹੈ। ਤਾਂ ਬੰਦਿਆਂ ਨੇ ਵਾਪਸ ਆ ਕੇ ਦੱਸਿਆ ਕਿ ਸਤਿਗੁਰੂ ਜੀ ਤਾਂ ਆਨੰਦਪੁਰ ਤੋਂ ਜਾ ਚੁੱਕੇ ਹਨ। ਉਸ ਨੂੰ ਹੋਰ ਵੀ ਫਿਕਰ ਲੱਗ ਗਿਆ ਕਿ ਪਤਾ ਨਹੀਂ ਸੱਚੇ ਪਾਤਸ਼ਾਹ ਜੀ ਕਿੱਥੇ ਚਲੇ ਗਏ ਹਨ। ਸਤਿਗੁਰੂ ਜੀ ਕੁਝ ਸਮੇਂ ਬਾਅਦ ਆਗਰੇ ਪਹੁੰਚ ਗਏ ਤੇ ਇੱਕ ਬਾਗ ਦੇ ਵਿੱਚ ਡੇਰਾ ਲਾ ਲਿਆ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਨ ਦੀ ਬਿਉਂਤ ਬਣਾਈ। ਇੱਕ ਭੇਡਾਂ ਚਾਰਨ ਵਾਲਾ ਉਧਰੋਂ ਦੀ ਆਇਆ। ਸਤਿਗੁਰੂ ਜੀ ਨੇ ਇੱਕ ਮੁੰਦੀ ਦਿੱਤੀ ਤੇ ਨਾਲ ਇੱਕ ਦੁਸ਼ਾਲਾ ਦਿੱਤਾ ਤੇ ਉਸ ਨੂੰ ਆਖਿਆ ਕਿ ਇਹ ਮੁੰਦੀ ਲੈ ਜਾ ਕੇ ਦੁਕਾਨ ਵਾਲੇ ਨੂੰ ਇਹ ਮੁੰਦੀ ਦੇ ਤਾਂ ਉਹਨੂੰ ਆਖ ਕਿ ਇਸ ਮੁੰਦੀ ਦੀ ਕੀਮਤ ਦੀ ਮਠਾਈ ਇਸ ਦੁਸ਼ਾਲੇ ਦੇ ਵਿੱਚ ਪਾ ਦੇਵੇ। ਸਤਿਗੁਰੂ ਜੀ ਨੂੰ ਪਤਾ ਸੀ ਕਿ ਇਹ ਕਰਨ ਦੇ ਨਾਲ ਕੀ ਹੋਣਾ ਹੈ ਤੇ ਜਦੋਂ ਉਹ ਬੱਕਰੀਆਂ ਚਾਰਨ ਵਾਲਾ ਮਠਾਈ ਦੀ ਦੁਕਾਨ ਤੇ ਗਿਆ ਤੇ ਮੁੰਦੀ ਦਿੱਤੀ ਤੇ ਜਦੋਂ ਦੁਕਾਨਦਾਰ ਨੇ ਉਹ ਮੁੰਦੀ ਦੇਖੀ ਬੇਸ਼ਕੀਮਤੀ ਤੇ ਉਸ ਨੂੰ ਸ਼ੱਕ ਇਸ ਤਰ੍ਹਾਂ ਪੈ ਗਈ ਕਿ ਜ਼ਰੂਰ ਕੋਈ ਚੋਰੀ ਕਰਕੇ ਲਿਆ ਹੈ। ਤਾਂ ਉਸਨੇ ਉਸ ਵੇਲੇ ਦੇ ਜੋ ਸਰਕਾਰੀ ਮੁਲਾਜ਼ਮ ਤੁਰੇ ਫਿਰਦੇ ਸਨ ਉਹਨਾਂ ਦੇ ਹਵਾਲੇ ਕਰ ਦਿੱਤਾ, ਉਹਨੂੰ ਪਕੜਵਾ ਦਿੱਤਾ। ਸੋ ਉਹਨੂੰ ਫੜ ਕੇ ਕੋਤਵਾਲ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਕੋਤਵਾਲ ਨੇ ਪੁੱਛਿਆ ਕਿ ਤੂੰ ਇੰਨੀ ਕਿ ਬੇਸ਼ਕੀਮਤੀ ਇਹ ਮੁੰਦੀ ਤੇ ਦੁਸ਼ਾਲਾ ਕਿੱਥੋਂ ਲੈ ਕੇ ਆਇਆ ਹੈ, ਸਾਨੂੰ ਦੱਸ। ਉਸਨੇ ਆਖਿਆ ਕਿ ਬਾਗ ਦੇ ਵਿੱਚ ਇੱਕ ਫਕੀਰ ਬੈਠਾ ਹੈ, ਉਸਨੇ ਮੈਨੂੰ ਇਹ ਮੁੰਦੀ ਤੇ ਦੁਸ਼ਾਲਾ ਦਿੱਤਾ ਸੀ। ਫਿਰ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਜਾ ਕੇ ਪਤਾ ਕੀਤਾ ਕਿ ਬਾਗ ਦੇ ਵਿੱਚ ਕੌਣ ਬੈਠਾ ਹੈ ਤੇ ਪਤਾ ਲੱਗ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ ਤੇ ਹੋਰ ਸਿਪਾਹੀ ਲੈ ਕੇ ਜਾ ਕੇ ਸ੍ਰੀ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਦਿੱਲੀ ਨੂੰ ਤੁਰ ਪਏ ਤੇ ਦਿੱਲੀ ਪਹੁੰਚ ਕੇ ਬਾਦਸ਼ਾਹ ਨੂੰ ਵੀ ਇਤਲਾਹ ਕਰ ਦਿੱਤੀ ਗਈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਤਾਂ ਤੇ ਦਿੱਲੀ ਲੈ ਆਏ ਹਨ। ਤੇ ਉਹਨਾਂ ਦਾ ਜੋ ਡੇਰਾ ਸੀ ਉਹਨਾਂ ਨੇ ਭੂਤਾਂ ਵਾਲੇ ਹਵੇਲੀ ਦੇ ਵਿੱਚ ਕਰ ਦਿੱਤਾ ਕਿਉਂਕਿ ਇੱਥੇ ਸਰਕਾਰ ਕਈ ਕੈਦੀਆਂ ਨੂੰ ਰੱਖਦੀ ਸੀ ਜੋ ਡਰ ਦੇ ਨਾਲ ਹੀ ਮਰ ਜਾਂਦੇ ਸਨ। ਤਾਂ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਸਤਿਗੁਰੂ ਜੀ ਨੂੰ ਵੀ ਇੱਥੇ ਰੱਖੀਏ ਤੇ ਇਹ ਵੀ ਡਰਨਗੇ ਤਾਂ ਸਾਡੀ ਗੱਲ ਜਲਦੀ ਮੰਨ ਜਾਣਗੇ। ਕਈ ਸਰੀਰ ਇਹ ਵੀ ਸੋਚਦੇ ਹੋਣਗੇ ਕਿ ਭੂਤ ਪ੍ਰੇਤ ਤਾਂ ਹੁੰਦੇ ਹੀ ਨਹੀਂ, ਇਹ ਤਾਂ ਗੱਲਾਂ ਹਨ, ਕੋਈ ਭੂਤ ਪ੍ਰੇਤ ਨਹੀਂ ਹਨ। ਪਰ ਗੁਰਬਾਣੀ ਪੜ੍ਹ ਕੇ ਦੇਖੋ, ਗੁਰਬਾਣੀ ਦੇ ਵਿੱਚ ਫਰਮਾਇਆ ਹੈ ਸਤਿਗੁਰੂ ਜੀ ਨੇ ਕਈ ਕੋਟ
ਯਖ ਕਿੰਨਰ ਪਿਸਾਜ, ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾਚ। ਇਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਕਈ ਕਰੋੜਾਂ ਹੀ ਭੂਤ ਪ੍ਰੇਤ ਹਨ, ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਦਾ ਡਰ ਸੀ। ਤੇ ਇੱਕ ਸਤਿਗੁਰੂ ਜੀ ਦਾ ਸਿੱਖ ਗੰਨੇ ਲਿਆਇਆ ਤੇ ਸ੍ਰੀ ਸਤਿਗੁਰੂ ਜੀ ਨੇ ਗੰਨੇ ਚੂਪੇ ਤੇ ਸਤਿਗੁਰੂ ਜੀ ਦੀਆਂ ਝੂਠੀਆਂ ਛਿੱਲਾਂ ਚੂਪ ਕੇ ਤੇ ਉਹ ਭੂਤਾਂ ਤਾਂ ਪ੍ਰੇਤਾਂ ਦਾ ਪਾਰ ਉਤਾਰਾ ਹੋ ਗਿਆ ਤੇ ਉਹ ਭੂਤਾਂ ਵਾਲੀ ਹਵੇਲੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਕ ਸੱਚਖੰਡ ਬਣ ਗਿਆ। ਔਰੰਗਜ਼ੇਬ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰ੍ਹਾਂ ਸਤਿਗੁਰੂ ਜੀ ਉਸ ਦੀ ਗੱਲ ਮੰਨ ਜਾਣ ਤੇ ਮੁਸਲਮਾਨ ਬਣਨਾ ਕਬੂਲ ਕਰ ਲੈਣ। ਪਹਿਲਾਂ ਪਿਆਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਧਨ ਦਾ ਲਾਲਚ ਵੀ ਬਹੁਤ ਦਿੰਦਾ ਹੈ। ਜਦੋਂ ਉਸਨੇ ਇਹ ਦੇਖਿਆ ਕਿ ਮੇਰੀ ਤਾਂ ਕੋਈ ਪੇਸ਼ ਹੀ ਨਹੀਂ ਜਾਂਦੀ ਤੇ ਫਿਰ ਉਸਨੇ ਕੀ ਕੀਤਾ, ਸਤਿਗੁਰੂ ਜੀ ਨੂੰ ਡਰਾਉਣਾ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਦੇ ਪਿਆਰੇ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਉਬਾਲਿਆ, ਆਰਿਆਂ ਨਾਲ ਚੀਰਿਆ ਜਾਂ ਉਦਾਂ ਉਹਨਾਂ ਨੂੰ ਰੂਹ ਦੇ ਨਾਲ ਲਪੇਟ ਕੇ ਸਾੜ ਦਿੱਤਾ। ਕਈ ਤਰ੍ਹਾਂ ਦੇ ਜ਼ੁਲਮ ਉਸਨੇ ਕੀਤੇ, ਪਰ ਸਤਿਗੁਰੂ ਜੀ ਅਡੋਲ ਰਹੇ। ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ ਮੈਂ ਸਾਰੇ ਧਰਤੀ ਤੇ ਸਾਰੇ ਹੀ ਮੁਸਲਮਾਨ ਬਣਾ ਦੇਵਾਂਗਾ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਇਦਾਂ ਕਰ, 1.25 ਮਣ ਮਿਰਚਾਂ ਮੰਗਵਾ। ਸਤਿਗੁਰੂ ਜੀ ਨੇ ਬਹੁਤ ਸਾਰਾ ਬਾਲਣ ਮੰਗਵਾਇਆ, ਉਸ ਦੇ ਵਿੱਚ ਮਿਰਚਾਂ ਰੱਖੀਆਂ ਤੇ ਅੱਗ ਲਾ ਦਿੱਤੀ। ਜਦੋਂ ਸਾਰੀ ਅੱਗ ਬੁਝ ਗਈ ਤੇ ਆਖਿਆ ਕਿ ਇਸ ਨੂੰ ਹੁਣ ਛਾਣੋ, ਇਸ ਸਵਾਹ ਨੂੰ ਛਾਣੋ। ਜਦੋਂ ਉਸ ਨੂੰ ਛਾਣਿਆ, ਉਹਦੇ ਵਿੱਚੋਂ 3 ਸਾਫਤੀਆਂ ਮਿਰਚਾਂ ਨਿਕਲ ਆਈਆਂ ਤੇ ਸਤਿਗੁਰੂ ਜੀ ਬਚਨ ਕੀਤਾ, ਤੂੰ ਤਾਂ 2 ਦਾ 1 ਕਰਨਾ ਚਾਹੁੰਦਾ ਸੀ ਕਿ ਸਾਰੇ ਨੂੰ ਮਲੇਸ਼ ਕਰਨਾ ਚਾਹੁੰਦਾ ਸੀ, ਪਰ ਅਕਾਲ ਪੁਰਖ ਦੀ ਮਰਜ਼ੀ ਤਾਂ ਕੁਝ ਹੋਰ ਹੀ ਹੈ। ਉਹਦੀ ਤਾਂ ਮਰਜ਼ੀ ਇਹ ਹੈ ਕਿ 2 ਤੋਂ 3 ਹੋਣ ਦੀ ਹੈ, ਭਾਵ ਕਿ ਤੀਸਰਾ ਪੰਥ ਪ੍ਰਗਟ ਹੋਵੇਗਾ। ਪਰ ਉਹ ਜਿਹੜਾ ਮੂਰਖ ਹੈ ਉਹ ਨਹੀਂ ਸਮਝਦਾ, ਉਹ ਨਹੀਂ ਮੰਨਦਾ। ਕਦੀ ਆਖਦਾ ਹੈ ਕਿ ਤੁਸੀਂ ਮੇਰੇ ਪੀਰ ਬਣ ਜਾਓ, ਤੇ ਜਦੋਂ ਦੇਖਿਆ ਕਿ ਸਾਰੀਆਂ ਕੋਸ਼ਿਸ਼ਾਂ ਉਹਦੀਆਂ ਬੇਫਲ ਹੋ ਗਈਆਂ ਹਨ, ਬੇਕਾਰ ਹੋ ਗਈਆਂ ਹਨ, ਤੇ ਉਸਨੇ ਸਤਿਗੁਰੂ ਜੀ ਨੂੰ ਚਾਂਦਨੀ ਚੌਕ ਵਿਖੇ ਤਲਵਾਰ ਦੇ ਨਾਲ ਸ਼ਹੀਦ ਕਰ ਦਿੱਤਾ। ਸ੍ਰੀ ਸਤਿਗੁਰੂ ਜੀ ਨੇ ਬਚਨ ਕੀਤਾ ਜਲਾਦ ਨੂੰ ਕਿ ਜਦੋਂ ਅਸੀਂ ਪਾਠ ਕਰਕੇ ਸਿਰ ਝੁਕਾਵਾਂਗੇ ਤੂੰ ਉਸ ਵੇਲੇ ਵਾਰ ਕਰ ਲੈ। ਜਾਣੀ ਕਿ ਜਦੋਂ ਸਤਿਗੁਰੂ ਜੀ ਨੇ ਖੀਲਾ ਉਹ ਸ਼ਲੋਕ ਪੜਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਤ, ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ, ਚਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਕੀਤੀ ਛੁੱਟੀ ਦੇ ਨਾਲ ਸਤਿਗੁਰੂ ਜੀ ਨੇ ਸਿਰ ਝੁਕਾਇਆ, ਉਸ ਵੇਲੇ ਉਸ ਜਲਾਦ ਨੇ ਸਤਿਗੁਰੂ ਜੀ ਦੀ ਗਰਦਨ ਤੇ ਵਾਰ ਕੀਤਾ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਵੀ ਲਿਖਿਆ ਹੈ ਕਿ ਜਲਾਦ ਦੀ ਤਲਵਾਰ ਸਤਿਗੁਰੂ ਜੀ ਦੀ ਗਰਦਨ ਨੂੰ ਛੂਹਣ ਤੋਂ ਪਹਿਲਾਂ ਹੀ ਸੀਸ ਧੜ ਨਾਲੋਂ ਵੱਖਰਾ ਹੋ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸ਼ਹੀਦੀ ਬਾਰੇ 10ਮ ਗ੍ਰੰਥ ਦੇ ਵਿੱਚ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਹਨ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਤੇ ਜੰਜੂ ਤਿਲਕ ਨੂੰ ਬਚਾਇਆ, ਜਾਣੇ ਕਿ ਹਿੰਦੂ ਧਰਮ ਨੂੰ ਬਚਾ ਲਿੱਤਾ। ਜੇ ਸਤਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਬਲੀਦਾਨ ਨਾ ਦਿੰਦੇ, ਅੱਜ ਸਾਰੇ ਦੇਸ਼ ਦੇ ਵਿੱਚ ਕੋਈ ਵੀ ਹਿੰਦੂ ਨਾ ਦਿਸਦਾ। ਇਹ ਜਿਹੜਾ ਐਡਾ ਵੱਡਾ ਉਪਕਾਰ ਸਤਿਗੁਰੂ ਜੀ ਨੇ ਜੋ ਹਿੰਦੂ ਧਰਮ ਦੇ ਉੱਪਰ ਕੀਤਾ ਹੈ, ਇਹ ਕਦੀ ਵੀ ਭੁੱਲਣ ਵਾਲਾ ਨਹੀਂ ਹੈ। ਬੇਸ਼ੱਕ ਸਾਡੇ ਅੱਜ ਬਹੁਤ ਸਾਰੇ ਹਿੰਦੂ ਵੀਰ ਹੈ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਧਿਆਨ, ਜਾਂ ਉਹ ਭੁੱਲ ਗਏ ਹਨ ਕਿ ਉਹਨਾਂ ਦੇ ਧਰਮ ਬਚਾਉਣ ਵਾਸਤੇ ਸਾਡੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ। ਇਸ ਵਾਸਤੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਕਲਯੁਗ ਵਿੱਚ ਸ਼ਹੀਦੀ ਪਾ ਕੇ ਸਤਿਗੁਰੂ ਜੀ ਨੇ ਬੜਾ ਵੱਡਾ ਸਾਕਾ ਕਰ ਦਿਖਾਇਆ ਹੈ। ਸੰਤ ਭਗਤਾਂ ਦੇ ਭਲੇ ਪੁਰਸ਼ਾਂ ਦੇ ਖਾਤਰ ਸਤਿਗੁਰੂ ਜੀ ਨੇ ਕੁਰਬਾਨੀ ਦੀ ਹੱਦ ਹੀ ਕਰ ਦਿੱਤੀ, ਆਪਣਾ ਸੀਸ ਕੁਰਬਾਨ ਕਰ ਦਿੱਤਾ, ਪਰ ਮੂੰਹੋਂ ਸੀ ਨਾ ਕੀਤੀ। ਔਰੰਗਜ਼ੇਬ ਦੇ ਸਾਰੇ ਤਸੀਹੇ ਸਹਾਰ ਲਏ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਅੱਗੇ ਲਿਖਦੇ ਹਨ ਕਿ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰਨ ਨਾ ਦਿਆ। ਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਇਹ ਮਹਾਨ ਸਾਕਾ ਕੀਤਾ ਹੈ, ਇਹ ਮਹਾਨ ਬਲੀਦਾਨ ਦਿੱਤਾ ਹੈ।
ਆਪਣਾ ਸੀਸ ਵਾਰ ਦਿੱਤਾ, ਪਰ ਆਪਣੇ ਹੱਠ ਪ੍ਰਤਿਗਿਆ ਨੂੰ ਨਹੀਂ ਛੱਡਿਆ। ਔਰੰਗਜ਼ੇਬ ਇਸ ਗੱਲ ਤੇ ਜ਼ੋਰ ਦਿੰਦਾ ਸੀ ਕਿ ਸਤਿਗੁਰੂ ਜੀ ਕੋਈ ਕਰਾਮਾਤ ਦਿਖਾਉਣ, ਪਰ ਸਤਿਗੁਰੂ ਜੀ ਨੇ ਕੋਈ ਵੀ ਕਰਾਮਾਤ ਨਹੀਂ ਦਿਖਾਈ, ਕਿਉਂਕਿ ਸਤਿਗੁਰੂ ਜੀ ਕਰਾਮਾਤ ਦਿਖਾਉਣੀ ਪ੍ਰਭੂ ਦੇ ਭਾਣੇ ਦੀ ਉਲੰਘਣਾ ਸਮਝਦੇ ਸਨ। ਉਹ ਕਰਾਮਾਤ ਨੂੰ ਇੱਕ ਨਾਟਕ ਚੇਟਕ ਸਮਝਦੇ ਸਨ ਤੇ ਨਾਟਕ ਚੇਟਕ ਆਦ ਭੈੜੇ ਕਰਮ ਕਰਦਿਆਂ ਜਿਹੜੇ ਭਗਤ ਜਨ ਹੁੰਦੇ ਹਨ ਉਹਨਾਂ ਨੂੰ ਲੱਜਿਆ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਕੰਮ ਜਿਹੜੇ ਭਲੇ ਪੁਰਸ਼ ਹਨ ਉਹ ਨਹੀਂ ਕਰਦੇ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਸੋ ਗੁਰੂ ਤੇਗ ਬਹਾਦਰ ਜੀ ਨੇ ਕੋਈ ਵੀ ਕਰਾਮਾਤ ਨਹੀਂ ਦਿਖਾਈ ਤੇ ਸ਼ਹੀਦ ਹੋ ਗਏ। ਫਿਰ ਕੀ ਸੀ, ਆਸਮਾਨ ਡੋਲ ਗਿਆ। ਇਸ ਤਰ੍ਹਾਂ ਦਾ ਭਿਆਨਕ ਦ੍ਰਿਸ਼ ਦੇਖ ਕੇ ਬਹੁਤ ਹਨੇਰੀ ਵਗੀ ਤੇ ਤੂਫਾਨ ਵਾਂਗ ਵਾਤਾਵਰਣ ਬਣ ਗਿਆ। ਬਹੁਤ ਧੂੜ ਉੱਡੀ, ਕਿਸੇ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ। ਇਸੇ ਹੀ ਦੌਰਾਨ ਭਾਈ ਜੇਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਵੱਲ ਨੂੰ ਤੁਰ ਪਿਆ। ਜਿੰਨਾ ਚਿਰ ਸ਼ਹਿਰ ਤੋਂ ਬਾਹਰ ਨਹੀਂ ਨਿਕਲਿਆ, ਹਨੇਰੀ ਇਸੇ ਤਰ੍ਹਾਂ ਹੀ ਚੱਲਦੀ ਰਹੀ। ਜਦੋਂ ਸ਼ਹਿਰ ਤੋਂ ਬਾਹਰ ਨਿਕਲਿਆ, ਹਨੇਰੀ ਬੰਦ ਹੋ ਗਈ। ਕਿਸੇ ਨੂੰ ਪਤਾ ਹੀ ਨਾ ਲੱਗਿਆ ਕਿ ਸਤਿਗੁਰੂ ਜੀ ਦਾ ਸੀਸ ਕੌਣ ਲੈ ਗਿਆ। ਬੜਾ ਹੀ ਉਹਨਾਂ ਨੇ ਪੁੱਛਗਿੱਛ ਕੀਤੀ ਕਿ ਕੌਣ ਸੀਸ ਲੈ ਕੇ ਗਿਆ, ਪਰ ਕੁਝ ਨਾ ਪਤਾ ਲੱਗਾ। ਫਿਰ ਸ੍ਰੀ ਸਤਿਗੁਰੂ ਜੀ ਦਾ ਧੜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚਾਂਦਨੀ ਚੌਕ ਦੇ ਵਿੱਚ ਪਿਆ ਹੈ ਅਤੇ ਔਰੰਗਜ਼ੇਬ ਦੇ ਲੋਕ ਹੋਕਾ ਦਿੰਦੇ ਹਨ ਕਿ ਕੋਈ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹੋਵੇ ਉਹ ਆ ਕੇ ਧੜ ਲੈ ਜਾਵੇ। ਪਰ ਉਸ ਦੀ ਦਹਿਸ਼ਤ ਇੰਨੀ ਸੀ ਕਿ ਕੋਈ ਵੀ ਡਰਦਾ ਨੇੜੇ ਨਹੀਂ ਆਇਆ। ਸਾਰਿਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜਾ ਵੀ ਅੱਗੇ ਗਿਆ ਉਸ ਨੂੰ ਇਸ ਨੇ ਮਾਰ ਦੇਣਾ ਹੈ। ਸਤਿਗੁਰੂ ਜੀ ਨੇ ਆਪ ਹੀ ਕਿਰਪਾ ਕੀਤੀ ਇੱਕ ਸਿੱਖ ਤੇ। ਇਹ ਲੁਬਾਣਾ ਸਿੱਖ ਸੀ, ਭਾਈ ਲੱਖੀ ਸ਼ਾਹ। ਉਸ ਪਾਸ ਬਹੁਤ ਸਾਰੇ ਪਸ਼ੂ ਸਨ। ਉਸਨੇ ਕੀ ਕੀਤਾ, ਆਪਣੇ ਪਸ਼ੂ ਉਸ ਪਾਸਿਓਂ ਦੀ ਲੈ ਗਿਆ ਜਿੱਥੇ ਸਤਿਗੁਰੂ ਜੀ ਦਾ ਧੜ ਪਿਆ ਸੀ। ਪਸ਼ੂਆਂ ਦੇ ਖੁਰਾਂ ਨਾਲ ਬਹੁਤ ਧੂੜ ਉੱਡੀ, ਰੋਲਾ ਜਿਹਾ ਪੈ ਗਿਆ। ਇਸ ਮੌਕੇ ਦਾ ਫਾਇਦਾ ਉਠਾ ਕੇ ਉਸਨੇ ਸਤਿਗੁਰੂ ਜੀ ਦਾ ਜਿਹੜਾ ਧੜ ਸੀ ਉਸਨੂੰ ਚੁੱਕ ਲਿਆ ਅਤੇ ਆਪਣੇ ਘਰ ਲੈ ਗਿਆ। ਜਿਸ ਕਮਰੇ ਦੇ ਵਿੱਚ ਕਪਾਹ ਰੱਖਦਾ ਸੀ, ਉਸ ਕਮਰੇ ਵਿੱਚ ਹੋਰ ਲੱਕੜਾਂ ਰੱਖ ਕੇ ਥੋੜੀ ਬਹੁਤ ਸਮੱਗਰੀ ਪਾ ਕੇ ਸ੍ਰੀ ਸਤਿਗੁਰੂ ਜੀ ਦਾ ਧੜ ਉੱਥੇ ਰੱਖ ਦਿੱਤਾ ਤੇ ਕਮਰੇ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਸਤਿਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ। ਅਗਲੇ ਦਿਨ ਜੋ ਅਸਥ ਸਨ ਉਹ ਚੁੱਕ ਕੇ ਇੱਕ ਘੜੇ ਵਿੱਚ ਪਾ ਕੇ ਉੱਥੇ ਹੀ ਦੱਬ ਦਿੱਤੇ। ਸੂਰਜ ਪ੍ਰਕਾਸ਼ ਦੇ ਵਿੱਚ ਇਸੇ ਤਰ੍ਹਾਂ ਹੀ ਇਤਿਹਾਸ ਲਿਖਿਆ ਹੈ। ਤੇ ਉਧਰ ਭਾਈ ਜੇਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਭਾਈ ਜੇਤਾ ਜੀ ਨੂੰ ਪਿਆਰ ਦਿੱਤਾ ਤੇ ਨਾਲੇ ਫਰਮਾਇਆ ਕਿ ਰੰਗ ਰੇਟਾ ਗੁਰੂ ਕਾ ਬੇਟਾ, ਇਸ ਤਰ੍ਹਾਂ ਦੀ ਪਦਵੀ ਦੇ ਦਿੱਤੀ ਅਤੇ ਸ੍ਰੀ ਸਤਿਗੁਰੂ ਜੀ ਨੇ ਸੀਸ ਦਾ ਸੰਸਕਾਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਲਮ ਨਾਲ ਹੀ ਲਿਖਦੇ ਹਨ, ਠੀਕਰ ਫੋਰ ਦਲੀਸ ਸਿਰ ਪ੍ਰਭ ਕੀਓ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਕਿ ਸਤਿਗੁਰੂ ਜੀ ਨੇ ਔਰੰਗਜ਼ੇਬ ਬਾਦਸ਼ਾਹ ਦੇ ਸਿਰ ਤੇ ਆਪਣਾ ਦੇਹ ਰੂਪ ਠੀਕਰਾ ਭੰਨ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚਖੰਡ ਨੂੰ ਚਲੇ ਗਏ। ਗੁਰੂ ਤੇਗ ਬਹਾਦਰ ਜੀ ਵਰਗੀ ਕਰੜੀ ਤੇ ਔਖੀ ਕਰਨੀ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਤਾਂ ਸਤਿਗੁਰੂ ਜੀ ਅੱਗੇ ਫਰਮਾਉਂਦੇ ਹਨ, ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਕ, ਹੈ ਸਭ ਜਗਤ ਪਿਓ ਜੈ 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 ਸੁਰ ਲੋਕ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਾਪਤ ਕਰ ਜਾਣ ਤੇ ਸਾਰੇ ਜਗਤ ਵਿੱਚ ਬੜਾ ਹੀ ਸ਼ੋਕ ਹੋਇਆ। ਸਾਰੇ ਸੰਸਾਰ ਵਿੱਚ ਹਾਹਾਕਾਰ ਮਚ ਗਏ। ਸਵਰਗ ਵਿੱਚ ਸ੍ਰੀ ਸਤਿਗੁਰੂ ਜੀ ਦੇ ਜਾਣ ਨਾਲ ਸਭ ਦੇਵਤਿਆਂ ਨੇ ਖੁਸ਼ੀਆਂ ਮਨਾਈਆਂ ਤੇ ਜੈ ਜੈਕਾਰ ਕੀਤੀ। ਸੋ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਅਰਜ਼ਾਂ ਕਰਦਿਆਂ ਹੋਇਆ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਹਨ। ਆਪ ਸਾਰੀ ਸਾਧ ਸੰਗਤ ਬਖਸ਼ਣਯੋਗ ਹੋ। ਸੋ ਮੇਰੀਆਂ ਗਲਤੀਆਂ ਦੀ ਖਿਮਾ ਬਖਸ਼ਣੀ। ਸਤਿ ਸ੍ਰੀ ਅਕਾਲ।